ਮਾਤ 8ਵੀਂ ਦਾ ਅਧਿਆਇ ਨੰਬਰ 8ਵਾਂ ਸੈੱਲ ਬਣਤਰ ਅਤੇ ਕਾਰਜ ਅੱਜ ਦਾ ਆਪਣਾ ਟੌਪਿਕ। ਅੱਜ ਅਸੀਂ ਇਹ ਚੈਪਟਰ ਦੇ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾ ਕੁਐਸਚਨ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਕਿ ਸੈੱਲ ਕਿਸ ਨੂੰ ਕਹਿੰਦੇ ਨੇ। ਸੈੱਲ ਜਿਹੜਾ ਹੈ ਉਹ ਇੱਕ ਅਜਿਹੀ ਰਚਨਾਤਮਕ ਇਕਾਈ ਹੈ ਅਤੇ ਬੁਨਿਆਦੀ ਇਕਾਈ ਵੀ ਕਿਹਾ ਜਾ ਸਕਦਾ ਇਸ ਨੂੰ, ਜਿਸ ਦੇ ਨਾਲ ਜਿਹੜਾ ਸਰੀਰ ਦਾ ਸਾਰੇ ਜਿਹੜੇ ਕੰਮ ਨੇ, ਸਾਰੇ ਜਿਹੜੇ ਕਾਰਜ ਨੇ ਉਹ ਹੁੰਦੇ ਨੇ। ਸੋ ਅੰਗਾਂ ਦੀ ਰਚਨਾਤਮਕ ਬੁਨਿਆਦੀ ਯਾਨੀ ਕਿ ਮੁੱਢਲੀ ਇਕਾਈ ਨੂੰ ਸੈੱਲ ਕਿਹਾ ਜਾਂਦਾ ਹੈ। ਤੋ ਸਾਰੇ ਅੰਗ ਜਿਹੜੇ ਹੈਗੇ ਨੇ ਸਰੀਰ ਦੇ ਉਹ ਇੱਕ ਬਹੁਤ ਹੀ ਛੋਟੀ ਮੁੱਢਲੀ ਇਕਾਈ ਦੇ ਬਣੇ ਹੋਏ ਨੇ, ਜਿਸ ਨੂੰ ਅਸੀਂ ਸੈੱਲ ਕਹਿੰਦੇ ਹਾਂ। ਇਹ ਇੱਕ ਬੁਨਿਆਦ ਦਾ ਕੰਮ ਕਰਦੇ ਨੇ। ਜਿਸ ਤਰੀਕੇ ਨਾਲ ਪੂਰੀ ਇਮਾਰਤ ਉਸ ਦੀ ਨੀਂਹ 'ਤੇ, ਉਸ ਦੀ ਬੁਨਿਆਦ 'ਤੇ ਟਿਕੀ ਹੁੰਦੀ ਹੈ, ਉਸੇ ਤਰੀਕੇ ਦੇ ਨਾਲ ਸਰੀਰ ਜਿਹੜਾ ਹੈ ਉਹ ਸੈੱਲਾਂ ਦੇ ਨਿਰਮਾਣ ਤੋਂ ਬਣਦਾ। ਜਿਵੇਂ ਇੱਕ ਭਵਨ ਜਿਹੜਾ ਹੈ, ਇੱਕ ਇਮਾਰਤ ਜੋ ਹੈ ਉਹ ਇੱਕ ਇੱਕ ਇੱਟ ਜੋੜਦੇ ਹੋਏ ਬਣਦਾ ਹੈ, ਉਸ ਤਰੀਕੇ ਨਾਲ ਹੀ ਜਿਹੜਾ ਸੈੱਲਾਂ ਨੂੰ ਜੋੜਦੇ ਹੋਏ ਅੰਗਾਂ ਦਾ ਨਿਰਮਾਣ ਹੁੰਦਾ, ਸਰੀਰ ਦਾ ਨਿਰਮਾਣ ਹੁੰਦਾ। ਇਸ ਸੈੱਲ ਦੀ ਖੋਜ ਰੋਬਰਟ ਹੁੱਕ ਨੇ ਸੰਨ 1665 ਦੇ ਵਿੱਚ ਕੀਤੀ ਸੀ। ਉਹਨਾਂ ਨੇ ਇੱਕ ਸੂਖਮਦਰਸ਼ੀ ਯੰਤਰ ਦੇ ਨਾਲ ਦਰੱਖਤ ਦੀ ਛਿੱਲ ਦਾ ਇੱਕ ਛੋਟਾ ਜਿਹਾ ਟੁਕੜਾ ਲਿਆ। ਉਸ ਦਾ ਪਤਲੇ ਟੁਕੜੇ ਨੂੰ ਉਹ ਸੂਖਮਦਰਸ਼ੀ ਦੀ ਸਹਾਇਤਾ ਦੇ ਨਾਲ ਦੇਖਿਆ ਉਹਨਾਂ ਨੇ, ਤਾਂ ਉਹਨਾਂ ਨੂੰ 6 ਕੋਨੇ ਵਾਲੇ ਜਿਹੜੇ ਬਕਸੇ ਨੇ, ਡੱਬੇ ਨੇ, ਉਹ ਦਿਖਾਈ ਦਿੱਤੇ, ਜਿਵੇਂ ਕਿ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਦੇ ਵਿੱਚ ਹੁੰਦੇ ਨੇ। ਸੋ ਇਸ ਤਰੀਕੇ ਦੇ ਨਾਲ ਇਹ 6 ਕੋਨੇ ਵਾਲੇ ਜੋ ਬਕਸੇ ਉਹਨਾਂ ਨੂੰ ਦਰੱਖਤ ਦੀ ਖੱਲ ਦੇ ਵਿੱਚ ਦਿਖਾਈ ਦਿੱਤੇ, ਉਹਨਾਂ ਨੇ ਸੈੱਲ ਦਾ ਨਾਮ ਦਿੱਤਾ। ਸੋ ਸੈੱਲ ਸਾਰੇ ਸੰਜੀਵ ਵਸਤੂਆਂ ਦੇ ਵਿੱਚ ਮੌਜੂਦ ਹੁੰਦੇ ਨੇ। ਠੀਕ ਹੈ। ਇਸ ਤੋਂ ਬਾਅਦ ਜਿਹੜਾ ਹੈ ਸੈੱਲ ਦੇ ਉੱਪਰ ਜਿਹੜੀ ਹੈਗੀ ਖੋਜ ਹੋਣੀਆਂ ਸ਼ੁਰੂ ਹੋ ਗਈਆਂ, ਅਤੇ ਸੈੱਲ ਜਿਹੜਾ ਹੈ ਉਹ ਇੱਕ ਮੁੱਢਲੀ ਰਚਨਾਤਮਕ ਇਕਾਈ ਦੇ ਤੌਰ 'ਤੇ ਜਾਣਿਆ ਜਾਣ ਲੱਗਿਆ। ਸੈੱਲ ਦਾ ਜਿਹੜਾ ਭਾਗ ਹੈ, ਜੋ ਸੈੱਲ ਹੈ, ਉਸ ਤੋਂ ਸਾਰੇ ਸੰਜੀਵਾਂ ਦਾ ਨਿਰਮਾਣ ਹੁੰਦਾ। ਮੁਰਗੀ ਦਾ ਜਿਹੜਾ ਅੰਡਾ ਹੈ ਉਹ ਸਭ ਤੋਂ ਵੱਡਾ ਦਿਖਾਈ ਦੇਣ ਵਾਲਾ ਇੱਕ ਸੈੱਲ ਹੈ। ਬਾਕੀ ਦੇ ਜਿਹੜੇ ਸੈੱਲ ਨੇ ਉਹਨਾਂ ਨੂੰ ਅਸੀਂ ਦੇਖ ਨਹੀਂ ਸਕਦੇ, ਉਹਨਾਂ ਦੇ ਵਾਸਤੇ ਸਾਨੂੰ ਸੂਖਮਦਰਸ਼ੀ ਦੀ ਵਰਤੋਂ ਕਰਨੀ ਪੈਣੀ ਹੈ। ਪਰ ਮੁਰਗੀ ਦਾ ਜੋ ਅੰਡਾ ਹੈ ਉਹ ਇੱਕ ਅਜਿਹਾ ਸੈੱਲ ਹੈ ਜਿਸ ਨੂੰ ਅਸੀਂ ਦੇਖ ਸਕਦੇ ਹਾਂ। ਸੋ ਇਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਜਿਹੜਾ ਸੈੱਲ ਹੈ ਉਹ ਇੱਕ ਮੁੱਢਲੀ ਇਕਾਈ ਹੈ ਸਰੀਰ ਦੀ। ਜਿਸ ਤਰੀਕੇ ਦੇ ਨਾਲ ਇੱਕ ਇਮਾਰਤ ਦੇ ਵਿੱਚ ਇੱਟਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਸੇ ਤਰੀਕੇ ਦੇ ਨਾਲ ਜਿਹੜਾ ਹੈ ਇੱਕ ਸਜੀਵ ਦਾ ਜਿਹੜਾ ਪੂਰਾ ਬਣਤਰ ਹੈ, ਉਸਦੇ ਜੋ ਪੂਰੇ ਅੰਗ ਨੇ ਉਹ ਸੈੱਲਾਂ ਦੀ ਮਦਦ ਨਾਲ ਬਣਦੇ ਨੇ। ਜਿਵੇਂ ਕਿ ਤੁਸੀਂ ਇਹ ਪਿਆਜ਼ ਦੀ ਝਿੱਲੀ ਦੇਖ ਰਹੇ ਹੋ, ਤਾਂ ਇਹਦੇ ਵਿੱਚ ਇਹ ਜਿਹੜੇ ਛੋਟੇ ਛੋਟੇ ਟੁਕੜੇ ਤੁਹਾਨੂੰ ਦਿਖਾਈ ਦੇ ਰਹੇ ਨੇ, ਇਹ ਸੈੱਲ ਨੇ। ਇਹਦੇ ਵਿਚਕਾਰ ਜਿਹੜੇ ਕਾਲੇ ਰੰਗ ਦੇ ਡਾਟ ਨਜ਼ਰ ਆਉਂਦੇ ਨੇ, ਬਿੰਦੂ ਨਜ਼ਰ ਆ ਰਹੇ ਨੇ, ਇਹ ਇਸ ਸੈੱਲ ਦੇ ਕੇਂਦਰਕ ਨੇ, ਜਿਨ੍ਹਾਂ ਨੂੰ ਅਸੀਂ ਨਿਊਕਲੀਅਸ ਵੀ ਕਹਿੰਦੇ ਹਾਂ। ਸੰਜੀਵਾਂ ਦੇ ਵਿੱਚ ਸੈੱਲਾਂ ਦੀ ਸੰਖਿਆ, ਸ਼ਕਲ ਅਤੇ ਆਕਾਰ ਇਹ ਅਲੱਗ-ਅਲੱਗ ਹੁੰਦਾ ਹੈ। ਸਾਰੇ ਸੰਜੀਵ ਜਿਹੜੇ ਹੈਗੇ ਨੇ ਉਹ ਸੈੱਲਾਂ ਤੋਂ ਮਿਲ ਕੇ ਬਣਦੇ ਨੇ। ਸੈੱਲਾਂ ਦੀ ਜਿਹੜੀ ਸੰਖਿਆ ਹੈ ਅਤੇ ਸੈੱਲਾਂ ਦਾ ਜਿਹੜਾ ਆਕਾਰ ਹੈ ਉਹ ਅਰਬਾਂ ਖਰਬਾਂ ਦੇ ਵਿੱਚ ਜਿਹੜਾ ਹੋ ਸਕਦਾ ਉਹਨਾਂ ਦੀ ਗਿਣਤੀ। 1 ਅਰਬ ਵਿੱਚ 100 ਕਰੋੜ ਹੁੰਦੇ ਨੇ, 1 ਕਰੋੜ ਵਿੱਚ 100 ਲੱਖ ਹੁੰਦੇ ਨੇ, ਸਾਨੂੰ ਪਤਾ ਹੈ। ਇਹਨਾਂ ਦੀ ਜਿਹੜੀ ਸ਼ਕਲ ਹੈ ਉਹ ਭਿੰਨ ਭਿੰਨ ਹੁੰਦੀ ਹੈ। ਕੁਝ ਜੀਵ ਜਿਹੜੇ ਹੈਗੇ ਨੇ ਇੱਕ ਸੈੱਲੀ ਜੀਵ ਹੁੰਦੇ ਨੇ, ਪਰ ਕੁਝ ਜਿਹੜੇ ਹੈਗੇ ਨੇ
ਬਹੁਤ ਸੈਲੀ ਜੀਵ ਵੀ ਹੁੰਦੇ ਨੇ। ਛੋਟੇ ਜੀਵਾਂ ਦੇ ਵਿੱਚ ਸੈੱਲਾਂ ਦੀ ਸੰਖਿਆ ਘੱਟ ਹੋ ਸਕਦੀ ਹੈ, ਅਤੇ ਪਰ ਜਿਹੜੇ ਕੁਝ ਵੱਡੇ ਜੀਵ ਨੇ ਉਹਨਾਂ ਦੇ ਵਿੱਚ ਸੈੱਲਾਂ ਦੀ ਜਿਹੜੀ ਗਿਣਤੀ ਹੈ ਉਹ ਲੱਖਾਂ ਕਰੋੜਾਂ ਦੇ ਵਿੱਚ ਹੁੰਦੀ ਹੈ, ਅਰਬਾਂ ਖਰਬਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੋ ਸਕਦੀ ਹੈ। ਇਹ ਜੋ ਚਿੱਤਰ ਤੁਹਾਨੂੰ ਦਿਖਾਈ ਦੇ ਰਿਹਾ ਹੈ, ਇਹ ਪਹਿਲਾ ਚਿੱਤਰ ਇਹ ਅਮੀਬਾ ਦਾ ਹੈ ਅਤੇ ਦੂਸਰਾ ਚਿੱਤਰ ਪੈਰਾਮੀਸ਼ੀਅਮ ਦਾ ਹੈ। ਇਹ ਦੋਨੋਂ ਜੀਵ ਇੱਕ ਸੈਲੀ ਜੀਵ ਨੇ, ਜਾਣੀ ਕਿ ਇਹ ਇੱਕ ਸੈੱਲ ਤੋਂ ਬਣੇ ਹੋਏ ਜੀਵ ਹਨ। ਇਸ ਦੇ ਵਿੱਚ ਜਿਹੜੇ ਤੁਹਾਨੂੰ ਇਹ ਕਾਲੇ ਰੰਗ ਦਾ ਜੋ ਡਾਟ ਨਜ਼ਰ ਆਉਂਦਾ ਹੈ, ਇਹ ਇਸ ਦਾ ਕੇਂਦਰਕ ਹੈ। ਇਸ ਨੂੰ ਅਸੀਂ ਜਿਹੜਾ ਹੈ ਅਮੀਬਾ ਕਹਿੰਦੇ ਹਾਂ ਇਸ ਜੀਵ ਨੂੰ। ਇਸ ਦਾ ਆਕਾਰ ਨਿਸ਼ਚਿਤ ਨਹੀਂ ਹੁੰਦਾ। ਇਹਨਾਂ ਦੇ ਜਿਹੜੇ ਇਹ ਅੰਗ ਨੇ, ਇਹਨਾਂ ਨੂੰ ਅਸੀਂ ਆਭਾਸੀ ਅੰਗ ਕਹਿੰਦੇ ਹਾਂ, ਅਤੇ ਜਦੋਂ ਵੀ ਕੋਈ ਭੋਜਨ ਇਹਨਾਂ ਦੇ ਨਜ਼ਦੀਕ ਆਉਂਦਾ ਹੈ ਤਾਂ ਇਹ ਆਪਣੇ ਆਭਾਸੀ ਪੈਰਾਂ ਨਾਲ ਉਹਨਾਂ ਨੂੰ ਜਕੜ ਲੈਂਦੇ ਨੇ ਅਤੇ ਆਪਣੇ ਸਰੀਰ ਦੇ ਅੰਦਰ ਲੈ ਜਾਂਦੇ। ਸੋ ਬਹੁਤ ਹੀ ਇੱਕ ਵਧੀਆ ਕਿਸਮ ਦੀ ਉਦਾਹਰਣ ਹੈ ਇਹ ਇੱਕ ਸੈਲੀ ਜੀਵ ਦੀ। ਅਤੇ ਦੂਸਰਾ ਜੀਵ ਹੈ ਪੈਰਾਮੀਸ਼ੀਅਮ, ਇਹ ਵੀ ਜਿਹੜਾ ਹੈ ਇੱਕ ਸੈਲੀ ਜੀਵ ਹੈ। ਸੋ ਤੁਸੀਂ ਦੇਖ ਰਹੇ ਹੋ ਕਿ ਆਪਣੀ ਪਾਠ ਪੁਸਤਕ ਦੇ ਵਿੱਚ ਬਹੁਤ ਹੀ ਜਿਹੜੀ ਹੈ ਜਾਣਕਾਰੀ ਸਾਨੂੰ ਦਿੱਤੀ ਗਈ ਹੈ, ਬਹੁਤ ਚੰਗੀ ਜਾਣਕਾਰੀ ਦਿੱਤੀ ਹੈ, ਅਤੇ ਬਹੁਤ ਹੀ ਸਰਲ ਸ਼ਬਦਾਂ ਦੇ ਵਿੱਚ ਇਹਨਾਂ ਨੇ ਇਸ ਦੀ ਵਿਆਖਿਆ ਵੀ ਕੀਤੀ ਹੈ। ਇੱਕ ਸੈਲੀ ਜੀਵ ਜਿਵੇਂ ਕਿ ਅਮੀਬਾ, ਉਹ ਆਪਣਾ ਭੋਜਨ ਦਾ ਅੰਤਰ ਗ੍ਰਹਿਣ ਕਰਦਾ ਹੈ, ਤਾਂ ਜਿਵੇਂ ਹੀ ਉਹ ਅੰਤਰ ਆਪਣੇ ਸਰੀਰ ਦੇ ਅੰਦਰ ਲੈ ਕੇ ਜਾਂਦਾ ਹੈ ਤਾਂ ਉਸ ਦਾ ਪਾਚਨ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਦੀ ਸਾਹ ਕਿਰਿਆ, ਮਲ ਨਿਕਾਸ ਅਤੇ ਵਾਧਾ ਅਤੇ ਪ੍ਰਜਨਨ ਵੀ ਜਿਹੜਾ ਹੈ ਇਹ ਸਾਡਾ ਇੱਕ ਸੈਲੀ ਜੀਵ ਅਮੀਬਾ ਕਰਦਾ ਹੈ। ਬਹੁਤ ਸੈਲੀ ਜੀਵਾਂ ਦੇ ਵਿੱਚ ਇਹ ਸਾਰੀਆਂ ਕਿਰਿਆਵਾਂ ਵਿਸ਼ੇਸ਼ ਸੈੱਲਾਂ ਦੁਆਰਾ ਹੀ ਕੀਤੀਆਂ ਜਾਂਦੀਆਂ ਨੇ, ਵਿਸ਼ੇਸ਼ ਸੈੱਲਾਂ ਦੇ ਸਮੂਹਾਂ ਦੁਆਰਾ ਕੀਤੀਆਂ ਜਾਂਦੀਆਂ ਨੇ। ਸੈੱਲਾਂ ਦੇ ਇਹਨਾਂ ਸਮੂਹਾਂ ਨੂੰ ਟਿਸ਼ੂ ਕਿਹਾ ਜਾਂਦਾ ਹੈ। ਸੋ ਬਹੁਤ ਇੱਕ ਇੰਪੋਰਟੈਂਟ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ, ਨੋਟ ਕਰ ਲਓ ਕਿ ਟਿਸ਼ੂ ਕਿਸ ਨੂੰ ਕਹਿੰਦੇ ਹਨ। ਤਾਂ ਇਹਦਾ ਆਨਸਰ ਇਹੀ ਲਿਖਣਾ ਆਪਾਂ ਨੇ ਕਿ ਬਹੁਤ ਸੈਲੀ ਜੀਵਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਿਰਿਆਵਾਂ ਨੇ, ਇਹ ਸਾਰੀਆਂ ਕਿਰਿਆਵਾਂ ਸੈੱਲਾਂ ਦੇ ਸਮੂਹਾਂ ਦੁਆਰਾ ਕੀਤੀਆਂ ਜਾਂਦੀਆਂ ਨੇ। ਸੈੱਲਾਂ ਦੇ ਇਹਨਾਂ ਸਮੂਹਾਂ ਨੂੰ ਟਿਸ਼ੂ ਕਿਹਾ ਜਾਂਦਾ ਹੈ। ਸਾਰੇ ਟਿਸ਼ੂ ਇਕੱਠੇ ਹੋ ਕੇ ਅੰਗਾਂ ਦਾ ਨਿਰਮਾਣ ਕਰਦੇ ਨੇ। ਸੋ ਇੱਕ ਸੈੱਲ ਤੋਂ ਬਹੁਤੇ ਸੈੱਲਾਂ ਤੋਂ ਦੇ ਸਮੂਹ ਨੂੰ ਟਿਸ਼ੂ ਕਹਿੰਦੇ ਨੇ। ਟਿਸ਼ੂ ਜਿਹੜੇ ਹੈ ਇਕੱਠੇ ਹੋ ਕੇ ਸਰੀਰ ਦੇ ਜਿਹੜੇ ਅੰਗ ਨੇ ਉਹਨਾਂ ਦਾ ਨਿਰਮਾਣ ਕਰਦੇ ਨੇ। ਸੈੱਲ ਦੀ ਜਿਹੜੀ ਬਣਤਰ ਹੈ ਉਹਦੇ ਬਾਰੇ ਹੁਣ ਆਪਾਂ ਪੜ੍ਹਾਂਗੇ, ਬਹੁਤ ਇੰਪੋਰਟੈਂਟ ਹੈ ਇਹ। ਜਿਹੜੀ ਸੈੱਲ ਦੀ ਬਣਤਰ ਹੈ ਉਹ ਕੀ ਹੈ, ਕਿਸ ਤਰੀਕੇ ਨਾਲ ਜਿਹੜਾ ਹੈ ਸੈੱਲ ਕੰਮ ਕਰਦਾ, ਉਹਦੇ ਅੰਦਰ ਕਿਹੜੇ ਕਿਹੜੇ ਉਸਦੇ ਅੰਗ ਹੁੰਦੇ ਨੇ, ਆਓ ਹੁਣ ਆਪਾਂ ਉਹਦੇ ਬਾਰੇ ਪੜ੍ਹੀਏ। ਅਮੀਬਾ ਦੀ ਕੋਈ ਨਿਸ਼ਚਿਤ ਆਕ੍ਰਿਤੀ ਨਹੀਂ ਹੁੰਦੀ। ਇਹ ਆਪਣੀ ਆਕ੍ਰਿਤੀ, ਆਪਣੀ ਸ਼ਕਲ ਬਦਲਦਾ ਰਹਿੰਦਾ ਹੈ। ਇਸ ਦੇ ਮੁੱਖ ਸਰੀਰ ਤੋਂ ਬਾਹਰ ਵੱਲ ਭਿੰਨ ਲੰਬਾਈ ਦੇ ਉਭਾਰ ਦਿਖਾਈ ਦਿੰਦੇ ਨੇ, ਜਿਹਨੂੰ ਜ਼ਿਊਡੋਪੋਡੀਆ ਕਿਹਾ ਜਾਂਦਾ ਹੈ, ਯਾਨੀ ਕਿ ਝੂਠੇ ਪੈਰ ਕਿਹਾ ਜਾਂਦਾ ਹੈ। ਸੋ ਜਿਵੇਂ ਤੁਹਾਨੂੰ ਚਿੱਤਰ 'ਚ ਦਿਖਾਇਆ ਸੀ ਅਮੀਬਾ ਦੇ, ਕਿ ਇਸ ਦੇ ਜਿਹੜੇ ਪੈਰ ਨੇ, ਅੰਗ ਨੇ, ਉਹ ਫਿਕਸ ਨਹੀਂ ਹੁੰਦੇ। ਇਹ ਆਪਣੇ ਆਭਾਸੀ ਪੈਰ ਪੈਦਾ ਕਰਦਾ ਹੈ, ਇਸ ਕਰਕੇ ਉਹਨਾਂ ਨੂੰ ਝੂਠੇ ਪੈਰ ਕਿਹਾ ਜਾਂਦਾ ਹੈ। ਤਾਂ ਸਿਊਡੋਪੋਡੀਆ ਜਿਹੜੇ ਨੇ ਉਹ ਉਹਨਾਂ ਝੂਠੇ ਪੈਰਾਂ ਨੂੰ ਕਿਹਾ ਜਾਂਦਾ ਹੈ, ਜਿਹਦੇ ਰਾਹੀਂ ਉਹ ਆਪਣਾ ਜਿਹੜਾ ਭੋਜਨ ਹੈ ਉਹ ਪਕੜਦੇ ਨੇ ਅਤੇ ਆਪਣੇ ਸਰੀਰ ਦੇ ਅੰਦਰ ਲੈ ਜਾਂਦੇ ਨੇ। ਸੋ ਇਸ ਤਰੀਕੇ ਦੇ ਨਾਲ ਆਪਾਂ ਨੇ ਪੜ੍ਹਿਆ ਕਿ ਜਿਹੜੇ ਅਮੀਬਾ ਦੇ ਵਿੱਚ ਜਿਹੜਾ ਅੰਤਰ ਗ੍ਰਹਿਣ ਕਿਵੇਂ ਹੁੰਦਾ, ਉਹ ਭੋਜਨ ਨੂੰ ਕਿਵੇਂ ਗ੍ਰਹਿਣ ਕਰਦੇ ਨੇ। ਅਤੇ ਇਹ ਇੱਕ ਸੈਲੀ ਜੀਵ ਸਨ। ਅਤੇ ਇਸੇ ਤਰੀਕੇ ਦੇ ਨਾਲ ਮਨੁੱਖ ਦੇ ਵਿੱਚ ਵੀ ਜਿਹੜੇ ਮਿਲਣ ਵਾਲੇ ਜਿਹੜੇ ਸੈੱਲ ਨੇ ਉਹ ਕਿਹੜੇ ਕਿਹੜੇ ਨੇ। ਸਭ ਤੋਂ ਪਹਿਲਾਂ WBC।
ਜਾਣੀ ਕਿ ਸਫੇਦ ਲਹੂ ਸੈੱਲ। ਇਹ ਇੱਕ ਸੈੱਲੀ ਰਚਨਾ ਦੀ ਉਦਾਹਰਣ ਹੈ। ਸਫੇਦ ਲਹੂ ਸੈੱਲ ਜਾਣੀ ਕਿ WBC ਇੱਕ ਸੈੱਲ ਹੈ ਜੋ ਅਮੀਬਾ ਦਾ ਇੱਕ ਪੂਰਨ ਵਿਕਸਿਤ ਜੀਵ ਹੈ। ਇਸ ਦੀ ਸੁਤੰਤਰ ਹੋਂਦ ਹੈ। ਅਮੀਬਾ ਤਾਂ ਜਿਹੜਾ ਹੈ ਉਹਦੀ ਸੁਤੰਤਰ ਹੋਂਦ ਹੈ, ਪਰ WBC ਦੀ ਸੁਤੰਤਰ ਹੋਂਦ ਨਹੀਂ ਹੁੰਦੀ। ਇਹ ਸਾਡੇ ਖੂਨ ਦੇ ਵਿੱਚ ਪਾਇਆ ਜਾਂਦਾ ਹੈ। ਤਾਂ WBC ਜਿਹੜੇ ਨੇ ਸਫੇਦ ਲਹੂ ਸੈੱਲ ਸਾਡੇ ਲਹੂ ਦਾ ਨਿਰਮਾਣ ਕਰਦੇ ਨੇ। ਇਸੇ ਤਰੀਕੇ ਦੇ ਨਾਲ ਅੱਗੇ ਜਿਹੜਾ ਹੈ ਬੜੀ ਮਹੱਤਵਪੂਰਨ ਜਾਣਕਾਰੀ ਲਿਖੀ ਹੋਈ ਹੈ ਕਿ ਚਿੱਤਰ 8.4 ਦੇ ਵਿੱਚ ਮਨੁੱਖ ਦੇ ਭਿੰਨ ਭਿੰਨ ਪ੍ਰਕਾਰ ਦੇ ਸੈੱਲ ਜਿਵੇਂ ਕਿ ਲਹੂ, ਪੇਸ਼ੀ ਅਤੇ ਨਾੜੀ ਸੈੱਲ ਦਿਖਾਏ ਗਏ ਨੇ। ਇਹ ਸਾਡੇ ਲਈ ਬਹੁਤ ਹੀ ਵਧੀਆ ਜਿਹੜੇ ਕੁਐਸਚਨ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਇਹ ਅਕਸਰ ਸਾਡੇ ਜਿਹੜੇ ਪੇਪਰ ਦੇ ਵਿੱਚ ਆ ਜਾਂਦਾ ਹੈ। ਜਿਵੇਂ ਕਿ ਤੁਸੀਂ ਚਿੱਤਰ ਦੇ ਵਿੱਚ ਦੇਖ ਰਹੇ ਹੋ, ਇਹਦੇ ਵਿੱਚ ਲਹੂ ਸੈੱਲ ਜਿਹੜੇ ਹੈਗੇ ਨੇ ਇਹ ਪਹਿਲੇ ਚਿੱਤਰ ਦੇ ਵਿੱਚ ਇਹਨਾਂ ਦਾ ਆਕਾਰ ਗੋਲ ਹੈ ਅਤੇ ਇਹਨਾਂ ਨੂੰ ਗੋਲ ਲਹੂ ਸੈੱਲ ਕਿਹਾ ਜਾਂਦਾ ਹੈ। ਕੁਝ ਜਿਹੜੇ ਹੈਗੇ ਨੇ ਜਿਹੜੇ ਤਕਲਾ ਰੂਪੀ ਪੇਸ਼ੀ ਸੈੱਲ ਵੀ ਹੁੰਦੇ ਨੇ, ਜਿਵੇਂ ਕਿ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ। ਅਤੇ ਲੰਬੀਆਂ ਸ਼ਾਖਾਵਾਂ ਵਾਲੇ ਜਿਹੜੇ ਹੈ ਸੈੱਲ, ਇਹ ਸੈੱਲ ਦਾ ਨਾਮ ਨਾੜੀ ਸੈੱਲ ਹੈ। ਠੀਕ ਹੈ, ਤਾਂ ਨਾੜੀ ਸੈੱਲ ਇਸ ਤਰੀਕੇ ਦਾ ਦਿਖਾਈ ਦਿੰਦਾ ਹੈ। ਹੁਣ ਇੱਕ ਇਹਨਾਂ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਵੀ ਪੜ੍ਹਾਂਗੇ। ਆਓ ਇਹਦੇ ਬਾਰੇ ਅੱਗੇ ਜਾਣਕਾਰੀ ਪੜ੍ਹੀਏ। ਸੈੱਲ ਆਮ ਤੌਰ 'ਤੇ ਗੋਲ, ਚਪਟੇ ਜਾਂ ਲੰਬੇ ਹੁੰਦੇ ਹਨ। ਤਾਂ ਗੋਲ ਵੀ ਹੋ ਸਕਦੇ ਨੇ, ਚਪਟੇ ਵੀ ਹੋ ਸਕਦੇ ਆ ਅਤੇ ਲੰਬੇ ਵੀ ਹੁੰਦੇ ਨੇ। ਤਿੰਨਾਂ ਦੀ ਉਦਾਹਰਣ ਆਪਾਂ ਚਿੱਤਰ ਦੇ ਵਿੱਚ ਦੇਖ ਲਈ ਹੈ। ਕੁਝ ਸੈੱਲ ਲੰਬੇ ਹੁੰਦੇ ਹਨ। ਇਹਨਾਂ ਦੋਨਾਂ ਦੇ ਵਿੱਚ ਦੇ ਸਿਰੇ ਨੁਕੀਲੇ ਹੁੰਦੇ ਨੇ। ਇਹਨਾਂ ਦਾ ਆਕਾਰ ਤਕਲਾ ਰੂਪੀ ਹੁੰਦਾ ਹੈ। ਸੋ ਗੋਲ ਜਿਹੜੇ ਆਕਾਰ ਦੇ ਨੇ, ਠੀਕ ਹੈ, ਉਹ ਗੋਲ, ਚਪਟੇ ਤਾਂ ਲੰਬੇ ਤਿੰਨ ਤਰ੍ਹਾਂ ਦੇ ਆਪਾਂ ਨੇ ਪੜ੍ਹੇ ਨੇ। ਠੀਕ ਹੈ, ਸਭ ਤੋਂ ਪਹਿਲਾਂ ਗੋਲ, ਜਿਨ੍ਹਾਂ ਦਾ ਆਕਾਰ ਗੋਲ ਹੋਊਗਾ, ਤਕਲਾ ਰੂਪੀ, ਜਿਨ੍ਹਾਂ ਜਿਵੇਂ ਕਿ ਪੇਸ਼ੀ ਸੈੱਲ ਨੇ ਸਾਡੇ, ਇਹ ਤਕਲਾ ਰੂਪੀ ਨੇ। ਇਹਨਾਂ ਦੇ ਸਿਰੇ ਨੁਕੀਲੇ ਹੁੰਦੇ ਨੇ, ਤੁਸੀਂ ਦੇਖ ਸਕਦੇ ਹੋ। ਅਤੇ ਇਸ ਤਰੀਕੇ ਦੇ ਨਾਲ ਜਿਹੜਾ ਨਾੜੀ ਸੈੱਲ ਹੈ, ਕੁਝ ਸੈੱਲ ਬਹੁਤ ਲੰਬੇ ਸ਼ਾਖਾਵਾਂ ਵਾਲੇ ਹੁੰਦੇ ਨੇ, ਜਿਵੇਂ ਕਿ ਨਾੜੀ ਸੈੱਲ ਜਾਂ ਨਿਊਰੋਨ। ਸੋ ਨਾੜੀ ਸੈੱਲ ਜਿਹੜਾ ਹੈ ਉਹ ਕੀ ਕਰਦਾ, ਉਹ ਸੰਦੇਸ਼ ਪਹੁੰਚਾਉਣ ਦਾ ਕੰਮ ਕਰਦਾ, ਸੰਵੇਦਨਾਵਾਂ ਨੂੰ ਪ੍ਰਾਪਤ ਕਰਕੇ ਸਥਾਨਾਂਤਰਿਤ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਸਰੀਰ ਦੇ ਵਿੱਚ ਕੰਟਰੋਲ, ਕਾਬੂ ਅਤੇ ਤਾਲਮੇਲ ਦੀ ਸਥਿਤੀ ਬਣੀ ਰਹਿੰਦੀ ਹੈ। ਤਾਂ ਸਾਡੇ ਸਰੀਰ 'ਤੇ ਜਿਹੜੇ ਇੱਕ ਅੰਗ ਤੋਂ ਦੂਜੇ ਅੰਗ ਤੱਕ ਸੰਦੇਸ਼, ਸਾਡੇ ਦਿਮਾਗ ਤੱਕ ਸੰਦੇਸ਼ ਜਿਹੜਾ ਪਹੁੰਚਾਉਣਾ ਹੈ, ਉਹ ਇਹਨਾਂ ਨਾੜੀ ਸੈੱਲਾਂ ਦੁਆਰਾ ਹੁੰਦਾ ਹੈ। ਸੋ ਇਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਸੈੱਲ ਦੀ ਬਣਤਰ ਉਹ ਤਿੰਨ ਤਰੀਕੇ ਦੀ ਹੋ ਸਕਦੀ ਹੈ। ਉਹ ਗੋਲ ਹੋ ਸਕਦੇ ਨੇ, ਉਹ ਤਕਲਾ ਰੂਪੀ ਹੋ ਸਕਦੇ ਨੇ, ਉਹ ਲੰਬੇ ਵੀ ਹੋ ਸਕਦੇ ਹਨ। ਸੋ ਇਸ ਤਰੀਕੇ ਦੇ ਨਾਲ ਤਿੰਨ ਕਿਸਮ ਦੀ ਜਿਹੜੀ ਹੈ ਸੈੱਲਾਂ ਦੀ ਤੁਸੀਂ ਬਣਤਰ ਪੜ੍ਹੀ। ਆਓ ਹੁਣ ਆਪਾਂ ਇਸ ਦੇ ਜਿਹੜੇ ਅਗਲੇ ਪਾਰਟਸ ਹੈ ਉਹਨਾਂ ਦੇ ਬਾਰੇ ਪੜ੍ਹੀਏ। ਇਹ ਜਿਹੜੇ ਸੈੱਲ ਨੇ, ਇਹਦੇ ਵਿੱਚ ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸੈੱਲ ਦਾ ਕਿਹੜਾ ਭਾਗ ਆਕ੍ਰਿਤੀ ਪ੍ਰਦਾਨ ਕਰਦਾ ਹੈ। ਸੈੱਲ ਦੇ ਸਾਰੇ ਭਿੰਨ ਭਿੰਨ ਭਾਗ, ਜਿਨ੍ਹਾਂ ਨੂੰ ਅਸੀਂ ਨਿੱਕੜੇ ਅੰਗ ਕਹਿੰਦੇ ਨੇ, ਇੱਕ ਝਿੱਲੀ ਨਾਲ ਘਿਰੇ ਹੁੰਦੇ ਨੇ। ਇਹ ਝਿੱਲੀ ਪੌਦੇ ਅਤੇ ਜੰਤੂ ਸੈੱਲਾਂ ਨੂੰ ਆਕ੍ਰਿਤੀ ਪ੍ਰਦਾਨ ਕਰਦੀ ਹੈ। ਸੋ ਜਿਹੜੀ ਆਕ੍ਰਿਤੀ ਪ੍ਰਦਾਨ ਹੁੰਦੀ ਹੈ ਉਹ ਕਿਹਦੇ ਰਾਹੀਂ ਹੁੰਦੀ ਹੈ? ਇਹ ਜਿਹੜੇ ਨਿੱਕੜੇ ਅੰਗ ਨੇ, ਇਹ ਸਾਰੇ ਦੇ ਸਾਰੇ ਝਿੱਲੀ ਦੁਆਰਾ ਘਿਰੇ ਹੁੰਦੇ ਨੇ। ਇਹ ਝਿੱਲੀ ਹੀ ਹੈ ਜੋ ਉਹ ਪੌਦੇ ਅਤੇ ਜੰਤੂ ਸੈੱਲਾਂ ਨੂੰ ਆਕ੍ਰਿਤੀ ਪ੍ਰਦਾਨ ਕਰਦੀ ਹੈ। ਪੌਦਾ ਸੈੱਲ ਬਾਹਰ ਇੱਕ ਬਹੁਤ ਸਖਤ ਅਤੇ ਮਜ਼ਬੂਤ ਪਰਤ ਹੁੰਦੀ ਹੈ, ਜਿਸ ਨੂੰ ਸੈੱਲ ਕੰਧ ਕਹਿੰਦੇ ਨੇ। ਸੋ ਸੈੱਲ ਕੰਧ ਜਿਹੜੀ ਹੈ, ਠੀਕ ਹੈ, ਇਹ ਕੀ ਕਰਦੀ ਹੈ, ਉਸ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਪੌਦਾ ਸੈੱਲ ਦੇ ਵਿੱਚ ਇਹ ਆਕ੍ਰਿਤੀ ਜਿਹੜੀ ਹੈ ਮਜ਼ਬੂਤੀ ਪ੍ਰਦਾਨ ਕਰਦੀ ਹੈ। ਅਤੇ ਬੈਕਟੀਰੀਆ ਜਿਹੜਾ ਹੈ, ਜਿਵੇਂ ਕਿ ਜੀਵਾਣੂ ਹੈ, ਉਹ ਸੈੱਲ ਦੇ ਬਾਹਰ ਵੀ ਸੈੱਲ ਕੰਧ ਹੁੰਦੀ ਹੈ। ਅਤੇ ਬੈਕਟੀਰੀਆ ਦੇ ਜਿਹੜੇ ਜੀਵਾਣੂ ਨੇ, ਬੈਕਟੀਰੀਆ ਦੇ ਜਿਹੜੇ ਸੈੱਲ ਨੇ, ਉਹਨਾਂ ਦੇ ਬਾਹਰ ਵੀ ਇੱਕ ਸੈੱਲ ਕੰਧ
ਹੁੰਦੀ ਹੈ। ਸੋ ਤੁਸੀਂ ਦੇਖ ਰਹੇ ਹੋ ਕਿ ਆਪਣੇ ਕੋਲ ਪੌਦਾ ਸੈੱਲ ਜਾਂ ਜੰਤੂ ਸੈੱਲ, ਪੌਦਾ ਸੈੱਲ ਹੋਏ ਜਾਂ ਜੰਤੂ ਸੈੱਲ ਹੋਏ, ਇਹ ਸਾਡੇ ਸਰੀਰ ਨੂੰ ਜਿਹੜਾ ਹੈ, ਪੌਦੇ ਨੂੰ ਅਤੇ ਜਾਂ ਜੰਤੂ ਨੂੰ ਆਕ੍ਰਿਤੀ ਪ੍ਰਦਾਨ ਕਰਦਾ। ਉਹਦੀ ਜਿਹੜੀ ਸੈੱਲ ਝਿੱਲੀ ਹੈ, ਠੀਕ ਹੈ, ਉਹ ਕਾਫੀ ਸਟਰੋਂਗ ਹੁੰਦੀ ਹੈ, ਜਿਵੇਂ ਤੁਸੀਂ ਆ ਚਿੱਤਰ ਦੇ ਵਿੱਚ ਦੇਖ ਰਹੇ ਹੋ। ਇਹ ਤੁਹਾਡਾ ਪੌਦਾ ਸੈੱਲ ਹੈ। ਇਹ ਦੇਖੋ, ਇਹਦੇ ਜਿਹੜਾ ਬਾਹਰੋਂ ਬਾਹਰ ਤੁਹਾਨੂੰ ਜਿਹੜੀ ਹੈ ਇਹ ਦਿਖਾਈ ਦੇ ਰਿਹਾ ਹੈ, ਇਹ ਝਿੱਲੀ ਸੈੱਲ ਝਿੱਲੀ ਅਖਵਾਉਂਦੀ ਹੈ। ਇਹ ਦੋਹਰੀ ਹੈ ਪੌਦਾ ਸੈੱਲ ਦੇ ਵਿੱਚ, ਪਰ ਜੰਤੂ ਸੈੱਲ ਦੇ ਵਿੱਚ ਦੇਖੋ ਇਹ ਅਕੈਰੀ ਹੈ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜੀ ਸੈੱਲ ਝਿੱਲੀ ਹੈ ਉਹ ਨਿਰਭਰ ਕਰਦਾ ਹੈ, ਉਸ ਤੋਂ ਹੀ ਪਤਾ ਚੱਲਦਾ ਹੈ ਕਿ ਇਸ ਦਾ ਆਕਾਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਹੋਏਗਾ, ਮਜ਼ਬੂਤ ਹੋਏਗਾ, ਫਿਕਸ ਹੋਏਗਾ ਜਾਂ ਨਹੀਂ, ਜਾਂ ਲਚਕਦਾਰ ਹੋਏਗਾ। ਇਹ ਉਸ ਦੀ ਸੈੱਲ ਝਿੱਲੀ ਦੇ ਉੱਤੇ ਨਿਰਭਰ ਕਰਦਾ ਹੈ। ਸੋ ਇਸ ਤਰੀਕੇ ਦੇ ਨਾਲ ਅੱਜ ਦੇ ਟੌਪਿਕ ਦੇ ਲਈ ਅੱਜ ਇੰਨਾ ਹੀ ਕਰਾਂਗੇ, ਅਤੇ ਕੱਲ੍ਹ ਇਸੇ ਟੌਪਿਕ ਨੂੰ ਅੱਗੇ ਪ੍ਰੋਸੀਡ ਕਰਦੇ ਹੋਏ ਆਪਾਂ ਬਾਕੀ ਦਾ ਪਾਰਟ ਵੀ ਪੜ੍ਹਾਂਗੇ।